वाहिगुरु साहिब जियो। मत को परम भूले संसार, गुर बिन कोई ना उतरस पार। परमाणु परजंत आकाशै, दीप लो से खंडन है। गशीन नैन पहारेण, नानक बिना साधु ना सिद्धियते। ज़हरा ज़हूर हाजरा हजूर सर्व कला भरपूर शब्द गुरु गुरु ग्रंथ साहिब पातशाह जी दी पावन पवित्र हजूरी अंदर सुभाईमान जुड़ बैठी गुरु प्यारी गुरु सवारी साध संगत जियो। तहनत आदि योग हों सतगुरु पातशाह गुरु ग्रंथ साहिब महाराज जी का गुरता गद्दी पुरब मनाउण वास्ते साहिब जी के पावन पवित्र चरण कमलों विखे हाजरियां भरियां ने। आओ प्यारिओ गुरमत विचारां नाल सांझ पाके सतगुरु के उपदेश नूं अपने जीवन के अंदर वसाउणा करिए। मन दियां वृत्तियां नूं करो एकाग्र, देखो असीस, बुलाओ फतेह। वाहिगुरु जी का खालसा वाहिगुरु जी की फतेह। सतगुरु पातशाह गुरु अर्जन साहिब महाराज जी की पावन पवित्र अमृतमय बाणी जिसका नाम है गाथा, जिस विचों आप जी ने सतगुरु की पावन रसना तो मुबारक रसना तो उच्चारण किया हुआ शब्द श्रवण किया है। परमाणु परजंत आकाशै, दीप लो से खंडन है। गशेन नैन पहारेन, नानक बिना साधु ना सिद्धियते। अज साइंस का युग है। साइंस ने बड़ी तरक्की की है, बड़ी खोज की है। दुनिया नूं समाज नूं अनेकां ही साधन उपलब्ध करके संसार के सामने कीते ने, रूबरू कीते ने। पर हजूर पातशाह गुरु अर्जन साहिब महाराज जी ने अज तो कई सौ साल पहला बाणी दे राही ये गल आख दी। परमाणु परमाणु आखते ने परमाणु ओ अणु जिसका हिस्सा ना किया जा सके। बहुत बरीक जर्रा, बहुत बरीक तो भी बरीक परम अणु परमाणु जिसका टुकड़ा ना किया जा सके, जिसका हिस्सा ना किया जा सके। हजूर पातशाह जी कहने लगे गुरु अर्जन साहिब जी महाराज के इंसान एक परम अणु दे वांगू परमाणु दे वांगू बहुत बरीक बन के जमीन तो उड़ारी मारे ते जिथे तक आसमान है आसमान की हद खत्म हो जाए। क्योंकि गुरु नानक साहिब जी ने वचन किया है जपजी साहिब जी दे विच के पाताला पाताल लख आगासां आगास। हजूर कहने लगे इंसान एक निक्का जिहा परमाणु बन के
ਜ਼ਮੀਨ ਤੋਂ ਉਡਾਰੀ ਲਾਏ ਤੇ ਜਿੱਥੇ ਆਸਮਾਨ ਦੀ ਹੱਦ ਖਤਮ ਹੋ ਜਾਵੇ ਉੱਥੇ ਤੱਕ ਉਡਾਰੀ ਮਾਰ ਕੇ ਜਾਵੇ, ਔਰ ਜਿਤਨਾ ਸਮਾਂ ਅੱਖ ਫਰਕਣ ਦੇ ਸਮੇਂ ਦੇ ਅੰਦਰ ਅੰਦਰ ਉਡਾਰੀ ਮਾਰ ਕੇ ਵਾਪਸ ਆ ਜਾਏ। ਜ਼ਮੀਨ ਤੋਂ ਇਨਸਾਨ ਤੁਰੇ ਤੇ ਜਿਤਨਾ ਸਮਾਂ ਲੱਗਦਾ ਹੈ ਅੱਖ ਫਰਕਣ ਦੇ ਜਿਤਨੇ ਸਮੇਂ ਅੰਦਰ ਜਿੱਥੇ ਤੱਕ ਸੀਮਾ ਖਤਮ ਹੋ ਜਾਏ ਉਹ ਉੱਥੇ ਤੱਕ ਤੁਰ ਫਿਰ ਕੇ ਵਾਪਸ ਆ ਜਾਏ। ਪਰ ਗੁਰੂ ਅਰਜਨ ਸਾਹਿਬ ਜੀ ਇੱਕ ਗੱਲ ਆਖਦੇ ਨੇ ਕਿ ਇਤਨੀ ਤੇਜ਼ੀ ਦੇ ਨਾਲ ਜਾਣ ਵਾਲਾ ਇਨਸਾਨ ਤੇ ਵਾਪਸ ਆਉਣ ਵਾਲਾ ਇਨਸਾਨ ਵੀ ਗੁਰੂ ਤੋਂ ਬਿਨਾਂ ਅੰਦਰ ਸ਼ਾਂਤੀ ਨਹੀਂ ਪਾ ਸਕਦਾ। ਮਨੁੱਖ ਦੇ ਜੀਵਨ ਦੇ ਅੰਦਰ ਟਿਕਾ ਨਹੀਂ ਆ ਸਕਦਾ, ਮਨੁੱਖ ਦਾ ਉਧਾਰ ਨਹੀਂ ਹੋ ਸਕਦਾ, ਮਨੁੱਖ ਦੀ ਗਤੀ ਨਹੀਂ ਹੋ ਸਕਦੀ, ਮਨੁੱਖ ਦੀ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੋ ਸਕਦਾ ਜਦੋਂ ਤੱਕ ਇਨਸਾਨ ਗਿਆਨ ਦੀ ਰੋਸ਼ਨੀ ਨੂੰ ਕਬੂਲ ਨਹੀਂ ਕਰ ਲੈਂਦਾ, ਪ੍ਰਵਾਨ ਨਹੀਂ ਕਰ ਲੈਂਦਾ। ਪਰਮਾਣੂ ਪਰਜੰਤ ਆਖਦੇ ਨੇ ਜਿੱਥੇ ਸੀਮਾ ਖਤਮ ਹੋ ਜਾਂਦੀ ਹੈ, ਹੱਦ ਬੰਨਾ ਮੁੱਕ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਕਿਸ ਚੀਜ਼ ਦਾ? ਆਕਾਸ਼ ਹੈ। ਆਕਾਸ਼ ਦਾ ਹੱਦ ਬੰਨਾ ਜਿੱਥੇ ਖਤਮ ਹੋ ਜਾਏ, ਸੀਮਾ ਖਤਮ ਹੋ ਜਾਵੇ। ਪਰਮਾਣੂ ਪਰਜੰਤ ਆਕਾਸ਼ ਹੈ। ਦੀਪ ਲੋ ਸੇ ਖੰਡਨ। ਦੀਪਾਂ ਦੀ ਉਚਾਈ ਤੱਕ ਲੋਕ ਪਹਾੜ ਸੇ ਖੰਡਨ। ਗਛੇਨ ਆਖਦੇ ਨੇ ਤੁਰਿਆਂ, ਨੈਣ ਭਾਰੇਨ ਅੱਖ ਫਰਕਣ ਦੇ ਜਿਤਨੇ ਸਮੇਂ ਅੰਦਰ ਵਾਪਿਸ ਆ ਜਾਏ। ਪਰ ਹਜ਼ੂਰ ਕਹਿਣ ਲੱਗੇ ਨਾਨਕ ਬਿਨਾ ਸਾਧੂ ਨਾ ਸਿੱਧ ਯਤੇ। ਸਾਧੂ ਆਖਦੇ ਨੇ ਗੁਰੂ ਨੂੰ ਕਿ ਗੁਰੂ ਤੋਂ ਬਿਨਾ ਜੀਵਨ ਦੇ ਅੰਦਰ ਕਾਮਯਾਬੀ ਨਹੀਂ ਹੈ, ਗੁਰੂ ਤੋਂ ਬਿਨਾ ਜੀਵਨ ਦੇ ਅੰਦਰ ਸਫਲਤਾ ਨਹੀਂ ਹੈ, ਗੁਰੂ ਤੋਂ ਬਿਨਾ ਜੀਵਨ ਦੇ ਅੰਦਰ ਟਿਕਾ ਨਹੀਂ ਹੈ। ਜਿਸ ਦਿਨ ਹਜ਼ੂਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁਮੇਰ ਪਰਬਤ ਇਤਿਹਾਸਿਕ ਥਾਵਾਂ ਤੇ ਚੱਲ ਕੇ ਜਾਂਦੇ ਨੇ ਤੇ ਜੋਗੀਆਂ ਨੇ ਇੱਕ ਸਵਾਲ ਕੀਤਾ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਸਿੱਧ ਗੋਸ਼ਟ ਦੇ ਅੰਦਰ ਆਪ ਜੀ ਸੁਣਦੇ ਅਤੇ ਪੜ੍ਹਦੇ ਹੋ ਕਿ ਕਵਨ ਤੁਮੇ, ਕਿਆ ਨਾਮ ਤੁਮਾਰਾ। ਹਜ਼ੂਰ ਪਾਤਸ਼ਾਹ ਜੀ ਨੂੰ ਨਾਮ ਪੁੱਛਦੇ ਨੇ ਔਰ ਇਸੇ ਸਿੱਧ ਗੋਸ਼ਟ ਦੀ ਪਾਵਨ ਬਾਣੀ ਦੇ ਅੰਦਰ ਉਹ ਪੁੱਛਣਾ ਕਰਦੇ ਨੇ ਕਿ ਕਵਨ ਗੁਰੂ ਜਿਸ ਕਾ ਤੂੰ ਚੇਲਾ। ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ, ਕਿ ਤੇਰਾ ਗੁਰੂ ਕੌਣ ਹੈ ਜਿਸ ਦਾ ਤੂੰ ਚੇਲਾ ਹੈ। ਕਿਉਂਕਿ ਜਿਸ ਪਹਾੜ ਦੀਆਂ ਕੰਦਰਾਂ ਤੱਕ ਅਸੀਂ ਪਹੁੰਚਣ ਲੱਗਿਆ ਆਪਣੀ ਜ਼ਿੰਦਗੀ ਗਾਲ ਦਿੱਤੀ। ਸਮਾਂ ਜਿਹੜਾ ਹੈ ਆਪਣੀ ਜ਼ਿੰਦਗੀ ਦਾ ਸਮਾਂ ਇਤਨਾ ਕੁ ਬਤੀਤ ਕਰ ਦਿੱਤਾ ਤਾਂ ਕਿਤੇ ਜਾ ਕੇ ਇਹ ਸਮਾਧੀਆਂ ਲੱਗੀਆਂ ਨੇ, ਤਾਂ ਕਿਤੇ ਜਾ ਕੇ ਇਤਨੀ ਉਚਾਈ ਤੇ ਆ ਕੇ ਅਸੀਂ ਇਹਨਾਂ ਪਹਾੜਾਂ ਦੇ ਅੰਦਰ ਬੈਠੇ ਹਾਂ। ਪਰ ਤੇਰੀ ਉਮਰ ਸਾਡੀ ਉਮਰ ਦੇ ਸਾਹਮਣੇ ਕੁਝ ਵੀ ਨਹੀਂ ਹੈ। ਤੇ ਇਸ ਕਰਕੇ ਪੁੱਛਣਾ ਕਰਦੇ ਹਾਂ ਕਿ ਤੇਰਾ ਗੁਰੂ ਕੌਣ ਹੈ। ਜਿਸ ਗੁਰੂ ਦੀ ਕਿਰਪਾ ਦੇ ਸਦਕਾ, ਜਿਸ ਗੁਰੂ ਦੀ ਰਹਿਮਤ ਦੇ ਸਦਕਾ, ਜਿਸ ਗੁਰੂ ਦੀ ਕੀਤੀ ਹੋਈ ਕਮਾਈ ਦੇ ਸਦਕਾ ਤੂੰ ਇਤਨੀ ਉਚਾਈ ਪਹਾੜੀਆਂ ਤੇ ਆ ਕੇ ਬੈਠ ਕੇ ਗੱਲਬਾਤ ਕਰ ਰਹੇ ਹੈ ਔਰ ਬਹੁਤ ਗਿਆਨ ਦੀਆਂ ਤੂੰ ਗੱਲਾਂ ਕਰ ਰਹੇ ਹੈ। ਤੇ ਹਜ਼ੂਰ ਪਾਤਸ਼ਾਹ ਜੀ ਨੇ ਜਵਾਬ ਦਿੱਤਾ ਸੀ ਕਿ ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਣ ਚੇਲਾ। ਇਸ ਪਾਵਨ ਬਾਣੀ ਦੀ ਪੰਕਤੀ ਨੂੰ ਸਮਝ ਲੈਣਾ ਕਿ ਹਜ਼ੂਰ ਕਹਿਣ ਲੱਗੇ ਸ਼ਬਦ ਗੁਰੂ, ਸੁਰਤ ਧੁਨ ਚੇਲਾ। ਨਾ ਹੀ ਤੇ ਸਰੀਰ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਸਵੀਕਾਰ ਕੀਤਾ ਤੇ ਨਾ ਹੀ ਸਰੀਰ ਨੂੰ ਚੇਲਾ ਸਵੀਕਾਰ ਕੀਤਾ। ਨਾ ਸਰੀਰ ਕਰਕੇ ਚੇਲਾ ਸਵੀਕਾਰ ਕੀਤਾ ਤੇ ਨਾ ਹਜ਼ੂਰ ਪਾਤਸ਼ਾਹ ਜੀ ਨੇ ਸਰੀਰ ਨੂੰ ਗੁਰੂ ਸਵੀਕਾਰ ਕੀਤਾ। ਕਹਿਣ ਲੱਗੇ ਸ਼ਬਦ ਗੁਰੂ। ਉਹ ਸ਼ਬਦ ਕੀ ਹੈ? ਜਿਸ ਸ਼ਬਦ ਦੇ ਰਾਹੀਂ ਹਜ਼ੂਰ ਪਾਤਸ਼ਾਹ ਆਖਦੇ ਨੇ ਸ਼ਬਦੇ ਹੀ ਫਿਰ ਓਪਤ ਹੋਵੇ। ਜਿਸ ਸ਼ਬਦ ਦੇ ਰਾਹੀਂ ਇਹ ਜਗਤ ਦੀ, ਸਮਾਜ ਦੀ, ਦੁਨੀਆ ਦੀ ਉਤਪਤੀ ਹੋਈ, ਸਭ ਕੁਝ ਬਣਿਆ ਹੈ। ਮੇਰਾ ਗੁਰੂ ਉਹ ਹੈ ਜੋ ਗਿਆਨ ਦਾ ਮੁਜੱਸਮਾ ਹੈ, ਹਰ ਇੱਕ ਥਾਂ ਤੇ ਵਿਆਪਕ ਹੈ, ਹਰ ਇੱਕ ਥਾਂ ਤੇ ਸਮਾਇਆ ਹੋਇਆ ਹੈ, ਜੋ ਅਬਨਾਸ਼ੀ ਹੈ, ਜੋ ਕਦੇ ਖਤਮ ਨਹੀਂ ਹੁੰਦਾ। ਪਰ ਕਮਾਲ ਦੀ ਗੱਲ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ ਸ਼ਬਦ ਗੁਰੂ। ਤੇ ਸ਼ਬਦ ਗੁਰੂ ਨੂੰ ਮੰਨਣ ਵਾਲਾ ਕੌਣ? ਸ਼ਬਦ ਗੁਰੂ ਦੀ ਪੂਜਾ ਕਿਵੇਂ ਕੀਤੀ ਜਾ ਸਕਦੀ ਹੈ? ਸ਼ਬਦ ਗੁਰੂ ਦਾ ਚੇਲਾ ਬਣਨ ਵਾਸਤੇ ਕੀ ਕੀਤਾ ਜਾ ਸਕਦਾ ਹੈ? ਹਜ਼ੂਰ ਕਹਿਣ ਲੱਗੇ ਸੁਰਤ ਧੁਨ ਚੇਲਾ। ਆਪਣੀ ਸੁਰਤ ਨੂੰ ਸ਼ਬਦ ਦਾ ਚੇਲਾ ਬਣਾ। ਕਿਉਂਕਿ ਸਰੀਰ ਕਰਕੇ ਤੇ ਕੋਈ ਵੀ ਚੇਲਾ ਬਣ ਸਕਦਾ ਹੈ ਤੇ ਸਰੀਰ ਕਰਕੇ ਕੋਈ ਵੀ ਗੁਰੂ ਬਣ ਸਕਦਾ ਹੈ। ਉਸ ਦੀ ਪਹਿਚਾਨ ਕੀ ਹੈ? ਸਰੀਰ ਕਰਕੇ ਲੱਖਾਂ ਹੀ ਸਮਾਜ ਦੇ ਵਿੱਚ ਗੁਰੂ ਬਣ ਕੇ ਬੈਠੇ ਹੋਏ ਨੇ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਹੀ ਇਹ ਸਿਲਸਿਲਾ ਸ਼ੁਰੂ ਹੋ ਗਿਆ ਸੀ।
पर हजूर पातशाह जी ने उन्हां फोकट कर्मां तो बचाया इंसान नूं बाणी दे राही इंसान दे जीवन दे अंदर हजूर पातशाह जागृति लैके आए अते एक गल समझाई कि पढ़ पुस्तक संध्या बादन। इंसान जितने मर्जी वेद ग्रंथ पढ़ता रहे, पढ़ पुस्तक संध्या बादन सिल पूजस बगुल समादन मुख झूठ विभूखण सारंग त्रैपाल तिहाल विचारन गल माला तिलक लीलाटन दो धोती वस्त्र कपाटन जे जानस ब्रह्मं कर्मं सब फोकट निहचो कर्मं कहो नानक निहचो ध्यावै बिन सतगुर बाट ना पावै। कि सतगुरु तो बिना जो जिंदगी का सही मकसद है वो प्राप्त नहीं होना। अनेकां शरीर नूं अखाउण वाले जिहड़े गुरु सन उन्होंने गद्दियां भी लगाईयां, अपनी पूजा भी कराई, पर जिन्हां दे अंदर जीवन दे विच जागृति आई उन्होंने केवल शब्द की पूजा की, शरीर की नहीं। क्योंकि कई ऐसा सवाल करते हैं, पिछले दीवाना दे विच भी एक बारी मैं बेनती की सी कि तुसी आखदे हो शरीर की पूजा नहीं करनी, किसी मूर्ति की पूजा नहीं करनी, ते तुसी भी ते फिर पूजा करते हो ना। उन्होंने वचन किए उन्होंने लोगों ने जिन्होंने लोगों को ज्ञान का बिल्कुल भी इलम नहीं, ज्ञान की सोची नहीं, समझ नहीं कि गुरु ग्रंथ साहिब की है। वो कह लगे गुरु ग्रंथ साहिब की है, तुसी गुरु ग्रंथ साहिब जी की पूजा करते हो तो वह भी तो कागज़ ते बाणी लिखी हुई है। पर सियाने विद्वान एक गल आखते हैं कि गुरु नानक नाम लेवा जिहड़ा है वो किसी कागज़ का पुजारी नहीं, कागज़ ते लिखे हुए शब्द का पुजारी है। सतगुरु की पावन बाणी गुरु ग्रंथ साहब महाराज जी की पावन बाणी के अंदर 1430 सफ़े ने। 1430 सफ़ियां का कोई ग्रंथ बना के तैयार कर दे तो शब्द एक भी ना लिखा होवे, किसी गुरु नानक नाम लेवा ने उसनों मत्था नहीं जे टेकना। असी मत्था तां टेकने आ क्योंकि उसके ऊपर शब्द लिखा हुआ है। भगत रविदास जी की पावन बाणी का एक बड़ा प्यारा शब्द है, कहते ने सुर सरी सलल किरत बारनी रे संत जन करत नहीं पान। सुर सरी सलल किरत बारुनी रे, बारुनी आखते ने शराब। हिंदू वीर गंगा नूं पवित्र करके मनते हैं, गंगा नूं अपनी माँ भी आखते हैं। भगत रविदास जी आखते ने गंगा के पानी की कोई आके शराब बना ले तो आखे आ वेखो जी गंगा के विचों पानी मैं लैके आया तो गंगा के पानी की शराब असी बना लीए, तुसी पी लवो, कि वह पीवेगा? जो मालिक की भजन बंदगी इबादत करने वाला है, भावें वो गंगा नूं अपनी माँ स्वीकार कर रहा है, गंगा नूं अपनी माँ आखदा है, पर गंगा के पानी की अगर शराब बन जाए तो वह कदाचित नहीं पींदा। कहने लगा नहीं, ये गंगा का पानी पानी नहीं रहा क्योंकि इसकी शराब बन गई है, इनू पित्या मेरी जिहड़ी बुद्धि